ਅਖਬਾਰਾਂ ਬੋਲਦੀਆਂ ਸੈਗਮੈਂਟ ਦੇ ਵਿੱਚ ਡਾਕਟਰ ਬਲਜਿੰਦਰ ਹੁਣਾਂ ਦਾ ਲਿਖਿਆ ਹੋਇਆ ਇਹ ਲੇਖ ਤੁਹਾਡੀ ਨਜ਼ਰ ਕਰਨ ਲੱਗੇ ਹਾਂ। ਲਿਖਦੇ ਨੇ ਕਿ SSRS ਪਲੇਟਫਾਰਮ ਵੱਲੋਂ CNN ਨੈਟਵਰਕ ਤੇ ਕੀਤੇ ਗਏ ਹਾਲੀਆ ਸਰਵੇਖਣ ਵਿੱਚ 4 ਵਿੱਚੋਂ 3 ਅਮਰੀਕੀ ਬਾਲਗਾਂ ਨੇ ਕਿਹਾ ਹੈ ਕਿ ਫੇਸਬੁੱਕ ਅਮਰੀਕੀ ਸਮਾਜ ਦਾ ਬੇੜਾ ਗਰਕ ਕਰ ਰਹੀ। ਬੇੜਾ ਕੱਲਾ ਅਮਰੀਕੀ ਸਮਾਜ ਦਾ ਨਹੀਂ, ਸੁਣੀ ਚੱਲਿਓ। ਇਸ ਦੇ ਕਾਰਨਾਂ ਵਿੱਚ ਜਾਂਦਿਆਂ 55% ਦਾ ਕਹਿਣਾ ਹੈ ਕਿ ਜੋ ਲੋਕ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ ਉਹੀ ਇਸ ਦੇ ਦੋਸ਼ੀ ਹਨ, ਜਦਕਿ 45% ਦਾ ਕਹਿਣਾ ਸੀ ਕਿ ਇਹ ਸਾਰਾ ਕੁਝ ਖੁਦ ਫੇਸਬੁੱਕ ਦਾ ਚੱਲਣ ਢੰਗ ਦਾ ਹੀ ਨਤੀਜਾ ਹੈ। 49% ਅਮਰੀਕਨ ਦਾ ਕਹਿਣਾ ਸੀ ਕਿ ਉਹ ਕਿਸੇ ਨਾ ਕਿਸੇ ਅਜਿਹੇ ਸ਼ਖਸ ਨੂੰ ਜਾਣਦੇ ਹਨ ਜਿਹੜਾ ਫੇਸਬੁੱਕ ਤੇ ਪਾਈ ਜਾਂਦੀ ਸਮੱਗਰੀ ਕਰਕੇ ਸਾਜ਼ਿਸ਼ੀ ਥਿਊਰੀ ਵਿੱਚ ਯਕੀਨ ਨਾ ਕਰਨ ਲੱਗ ਪਿਆ ਹੋਵੇ। ਅਜਿਹੀ ਸੋਚ ਰੱਖਣ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਵਧੇਰੇ ਹੈ। 35 ਸਾਲ ਤੋਂ ਘੱਟ ਉਮਰ ਦੇ 61% ਬਾਲਗਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪਛਾਣ ਦਾ ਕੋਈ ਨਾ ਕੋਈ ਜਾਣਾ ਫੇਸਬੁੱਕ ਤੇ ਪਰੋਸੀ ਜਾਂਦੀ ਸਮੱਗਰੀ ਕਰਕੇ ਅਜਿਹੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਸੂਚਨਾਵਾਂ ਦੇ ਆਦਾਨ ਪ੍ਰਦਾਨ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਨਾਂ ਦੇ ਦੋਵੇਂ ਸੂਚਨਾ ਟੈਕਨੋਲੋਜੀ ਪਲੇਟਫਾਰਮ ਕਿਸ ਹੱਦ ਤੱਕ ਲੋਕਾਂ ਦਰਮਿਆਨ ਨਫ਼ਰਤ, ਵੰਡੀਆਂ ਆਦਿ ਦਾ ਸੰਚਾਰ ਕਰਦੇ ਹਨ, ਲੋਕਾਂ ਭਾਵ ਖਾਸਕਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਇਸ ਦਾ ਵੀ ਅਜਿਹਾ ਹੀ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ। ਸੰਚਾਰ ਤਕਨਾਲੋਜੀ ਦੇ ਇਨ੍ਹਾਂ ਪਲੇਟਫਾਰਮਾਂ ਨੇ ਆਪਣੇ ਮੁਨਾਫਿਆਂ ਨੂੰ ਮੁੱਖ ਰੱਖ ਕੇ ਲੋਕਾਂ ਦੀ ਜ਼ਿੰਦਗੀ ਦਾਅ ਤੇ ਲਾਈ ਹੋਈ ਹੈ। ਵਪਾਰ, ਵਿਗਿਆਨ ਅਤੇ ਆਵਾਜਾਈ, ਕਮਰਸ, ਸਾਇੰਸ ਅਤੇ ਟਰਾਂਸਪੋਰਟੇਸ਼ਨ ਨਾਲ ਸੰਬੰਧਿਤ ਕੰਜ਼ਿਊਮਰ ਸੁਰੱਖਿਆ, ਪ੍ਰੋਡਕਟ ਸੁਰੱਖਿਆ ਅਤੇ ਡਾਟਾ ਸੁਰੱਖਿਆ ਬਾਰੇ ਬਣਾਈ ਅਮਰੀਕੀ ਸੈਨੇਟ ਦੀ ਸਬ ਕਮੇਟੀ ਸਾਹਮਣੇ ਅਕਤੂਬਰ 2021 ਵਿੱਚ ਵਾਈਟ ਹਾਊਸ ਵਿੱਚ ਹੋਈ ਸੁਣਵਾਈ ਵਿੱਚ ਖੁਲਾਸਿਆਂ ਨੇ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਲਈ ਸਰਗਰਮ, ਇਨਸਾਫ ਪਸੰਦ ਅਤੇ ਹੋਰਨਾਂ ਸੁਹਿਰਦ ਲੋਕਾਂ ਵੱਲੋਂ ਜ਼ਾਹਰ ਕੀਤੇ ਉਹਨਾਂ ਹੀ ਸ਼ੰਕਿਆਂ ਤੇ ਮੋਹਰ ਲਾਈ ਹੈ ਜਿਨ੍ਹਾਂ ਦਾ ਉਹ ਪਿਛਲੇ ਕਾਫੀ ਅਰਸੇ ਤੋਂ ਹੀ ਲੋਕਾਂ ਵਿੱਚ ਲੈ ਕੇ ਜਾਂਦੇ ਰਹੇ ਨੇ। ਜਿਨ੍ਹਾਂ ਨੂੰ ਇਸ ਸੁਣਵਾਈ ਵਿੱਚ ਸਬ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਫੇਸਬੁੱਕ ਦੀ ਸਾਬਕਾ ਡਾਟਾ ਵਿਗਿਆਨੀ ਫ੍ਰਾਂਸਿਸ ਹੌਗਨ ਨੇ ਦੱਸਿਆ ਹੈ ਕਿ ਫੇਸਬੁੱਕ ਨੇ ਆਪਣੇ ਮੁਨਾਫਿਆਂ ਨੂੰ ਯਰਬਾਂ ਦੇਣ ਨੂੰ ਅਹਿਮੀਅਤ ਦਿੱਤੀ। ਬਨਸਬਤ ਇਸ ਦੇ ਕਿ ਫੇਸਬੁੱਕ ਅਤੇ ਪਲੇਟਫਾਰਮਾਂ ਨੂੰ ਸੁਰੱਖਿਆ ਰੱਖਣ ਲਈ ਅਤੇ ਹੋਰ ਸੁਰੱਖਿਆ ਬਣਾਉਣ ਵੱਲ ਕਦਮ ਵਧਾਉਂਦੀ ਫੇਸਬੁੱਕ ਨੇ ਆਪਣੀ ਉਸ ਅੰਦਰੂਨੀ ਖੋਜ ਨੂੰ ਵੀ ਕਾਨੂੰਨੀ ਰੂਪ ਵਿੱਚ ਸਥਾਪਿਤ ਸੰਸਥਾਵਾਂ ਤੋਂ ਵੀ ਲੁਕੋਈ ਰੱਖਿਆ, ਜਿਨ੍ਹਾਂ ਵਿੱਚ ਇਹ ਖੁਲਾਸੇ ਹੋਏ ਸਨ ਕਿ ਫੇਸਬੁੱਕ ਦੇ ਉਤਪਾਦ ਭਾਵ ਸਾਫਟਵੇਅਰ ਕਿਵੇਂ ਨੁਕਸਾਨਦੇਹ ਹਨ। ਉਸ ਦਾ ਕਹਿਣਾ ਹੈ ਕਿ ਫੇਸਬੁੱਕ ਵੱਲੋਂ ਅਜਿਹੇ ਢੰਗ ਤਰੀਕੇ ਵਰਤੋਂ ਵਿੱਚ ਲਿਆਉਂਦੇ ਹੀ ਨਤੀਜੇ ਹਨ ਜਿਸ ਕਾਰਨ ਲੋਕਾਂ ਦਰਮਿਆਨ ਵੰਡੀਆਂ ਵਧੀਆਂ ਹਨ, ਬਖੇੜੇ ਵਧੇ ਹਨ, ਝੂਠ ਦਾ ਪਸਾਰਾ ਹੋਇਆ ਹੈ, ਹੋਰ ਵਧੇਰੇ ਧਮਕੀਆਂ ਦਿੱਤੀਆਂ ਗਈਆਂ ਹਨ ਤੇ ਹੋਰ ਵਧੇਰੇ ਟਕਰਾਅ ਹੋਏ ਹਨ। ਕਈ ਮਾਮਲਿਆਂ ਵਿੱਚ ਅਜਿਹੀ ਆਨਲਾਈਨ ਗੱਲਬਾਤ ਹਕੀਕੀ ਹਿੰਸਾ ਵਿੱਚ ਵੀ ਵੱਟ ਗਈ ਜਿਸ ਨੇ ਨੁਕਸਾਨ ਪਹੁੰਚਾਇਆ ਤੇ ਕਈ ਮਾਮਲਿਆਂ ਵਿੱਚ ਲੋਕਾਂ ਦੀ ਜਾਨ ਤੱਕ ਚਲੀ ਗਈ। ਕਈ ਹਜ਼ਾਰ ਸਫ਼ਿਆਂ ਦੇ ਅੰਦਰੂਨੀ ਖੋਜ ਪੱਤਰਾਂ ਤੇ ਦਸਤਾਵੇਜ਼ਾਂ ਦੇ ਹਵਾਲੇ ਦਿੰਦਿਆਂ ਜਿਨ੍ਹਾਂ ਨੂੰ ਦਾ ਵਾਲ ਸਟਰੀਟ ਜਰਨਲ ਨੇ ਫੇਸਬੁੱਕ ਪੁਆਇਸ ਦੇ ਸਰਲੇਖ ਤਹਿਤ ਛਾਪਿਆ ਹੈ। ਹੰਗਨ ਦਾ ਕਹਿਣਾ ਹੈ ਕਿ ਫੇਸਬੁੱਕ ਵਿੱਚ ਕੰਮ ਕਰਦਿਆਂ ਮੈਨੂੰ ਭਿਅੰਕਰ ਹਕੀਕਤ ਦਾ ਇਲਮ ਹੋਇਆ ਕਿ ਫੇਸਬੁੱਕ ਤੋਂ ਬਾਹਰ ਲਗਭਗ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਿ ਫੇਸਬੁੱਕ ਦੇ ਅੰਦਰ ਕੀ ਚੱਲ ਰਿਹਾ ਹੈ। ਕੰਪਨੀ ਆਪਣੀ ਅਤ ਅਹਿਮ ਜਾਣਕਾਰੀ ਨੂੰ ਮੁਲਕ ਦੀ ਜਨਤਾ, ਅਮਰੀਕੀ ਸਰਕਾਰ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਜਾਣ ਬੁੱਝ ਕੇ ਲੁਕੋ ਕੇ ਰੱਖਦੀ ਹੈ। ਇੱਥੇ ਧਿਆਨ ਦੇਣ ਵਾਲੀ ਲੇਖ ਕਹਿੰਦਾ ਗੱਲ ਇਹ ਹੈ ਕਿ ਜਦੋਂ ਵੀ ਕਦੇ ਅਸੀਂ ਫੇਸਬੁੱਕ ਤੇ ਆਪਣੀ ਪ੍ਰੋਫਾਈਲ ਨੂੰ ਕਲਿੱਕ ਕਰਦੇ ਹਾਂ ਤਾਂ ਸਾਡੇ ਮਨਪਸੰਦ ਨਾਪਸੰਦ ਦੀ ਗੱਲ ਕੀ ਉਸ ਸਾਰੇ ਕੁਝ ਦੀ ਲਿਸਟ ਜੋ ਕੰਪਨੀ ਦੇ ਡਾਟਾਬੇਸ ਵਿੱਚ ਜਮ੍ਹਾਂ ਪਈ ਹੋਈ ਹੈ, ਜਿੱਥੋਂ ਉਹ ਡਾਟਾਬੇਸ ਸਾਨੂੰ ਆਪਣੇ ਗਣਿਤ ਫਾਰਮੂਲਿਆਂ ਰਾਹੀਂ ਉਸੇ ਹੀ 84 ਦੇ ਗੇੜ ਵਿੱਚ ਪਾਈ ਰੱਖਦਾ ਹੈ ਤੇ ਵਾਰ-ਵਾਰ ਉਹੀ ਕੁਝ ਵਾਰ-ਵਾਰ ਸਾਡੇ ਸਾਹਮਣੇ ਪ੍ਰਗਟ ਹੁੰਦਾ ਰਹਿੰਦਾ ਹੈ। ਉਹੀ ਕੁਝ ਜਦ ਕਦੀ ਵੀ ਅਸੀਂ ਜਾਣੇ ਅਣਜਾਣੇ
ਫੇਸਬੁੱਕ ਤੇ ਕਿਸੇ ਵੀ ਵਸਤ ਦੇ ਇਸ਼ਤਿਹਾਰ ਤੇ ਕਲਿੱਕ ਕਰਦੇ ਹਾਂ ਤਾਂ ਉਹੀ ਇਸ਼ਤਿਹਾਰ ਸਾਨੂੰ ਹਰ ਵਾਰ ਹਰ ਵਕਤ ਦਿਖਾਈ ਦਿੰਦਾ ਹੈ। ਇੱਕ ਹੋਰ ਗੱਲ ਇਹ ਧਿਆਨ ਦੇਣ ਵਾਲੀ ਹੈ, ਅਖਬਾਰ ਲਿਖਦਾ ਹੈ ਕਿ ਭਾਵੇਂ ਸਾਡੀ ਫਰੈਂਡਸ਼ਿਪ ਲਿਸਟ ਨੂੰ 5000 ਤੱਕ ਦੀ ਸੰਖਿਆ ਤੱਕ ਸੀਮਿਤ ਕੀਤਾ ਹੋਇਆ ਹੈ, ਪਰ ਸਾਡੀ ਕਿਸੇ ਵੀ ਪੋਸਟ ਨੂੰ ਵੱਧ ਤੋਂ ਵੱਧ ਸਿਰਫ 50-60 ਮਿੱਤਰ ਹੀ ਦੇਖ ਸਕਦੇ ਹਨ। ਬਾਕੀ ਤੱਕ ਉਹ ਪੋਸਟ ਪਹੁੰਚਦੀ ਹੀ ਨਹੀਂ। ਆਪਣੀ ਹੀ ਸੋਚ ਨੂੰ ਅਗਾਂਹ ਪ੍ਰਚਾਰਨ ਅਤੇ ਆਪਣੇ ਗਾਹਕਾਂ ਦੀਆਂ ਵਸਤਾਂ ਵੇਚਣ ਲਈ ਅਜਿਹੇ ਅਲਗਾਰਦਮ ਭਾਵ ਗਣਿਤ ਫਾਰਮੂਲੇ ਘੜੇ ਗਏ ਹਨ ਜਿਹੜੇ ਅਜਿਹਾ ਕਾਰਜ ਬਾਖੂਬੀ ਨਿਭਾਉਂਦੇ ਹਨ। ਮੰਨ ਲਓ ਤੁਸੀਂ 5000 ਫਰੈਂਡ ਆਪਣਾ ਬਣਾਇਆ ਤੇ ਅਸੀਂ ਸੋਚਦੇ ਹਾਂ ਕਿ ਸਾਡੀ ਇੱਕ ਪੋਸਟ ਜਿਹੜੀ ਹੈ ਉਹ 5000 ਮਿੱਤਰਾਂ ਤੱਕ ਪਹੁੰਚ ਗਈ, ਸਾਡਾ ਭੁਲੇਖਾ ਹੈ। ਉਹਨਾਂ ਨੇ ਇਹਦੇ ਉੱਤੇ ਇੱਕ ਆਪਣਾ ਹੋਰ ਗਣਿਤ ਫਾਰਮੂਲਾ ਖੜਾ ਕੀਤਾ ਹੋਇਆ ਹੈ। ਅਜਿਹੇ ਅਲਗਾਰਦਮ ਇਹ ਲਫ਼ਜ਼ ਪੰਜਾਬੀ ਦਾ ਖੜੇ ਕੀਤੇ ਹਨ ਜਿਹੜੇ ਅਜਿਹਾ ਕਾਰਜ ਬਖੂਬੀ ਆਪ ਨਿਭਾਉਂਦੇ ਨੇ ਕਿਉਂਕਿ ਉਹ ਕਮਾਈ ਦਾ ਸੋਰਸ। ਚਲੋ ਅੱਗੇ ਵਧਦੇ ਹਾਂ। ਤੁਸੀਂ ਸਭ ਨੇ ਲੇਕਿਨ ਕਹਿੰਦਾ ਕਦੇ ਨਾ ਕਦੇ ਕਿਤੇ ਨਾ ਕਿਤੇ ਪੜ੍ਹਿਆ ਹੀ ਹੋਵੇਗਾ ਕਿ ਫਲਾਣੇ ਇੰਜੀਨੀਅਰਿੰਗ ਕਾਲਜ ਸੰਸਥਾ ਤੇ ਫਲਾਂ ਵਿਦਿਆਰਥੀਆਂ ਨੂੰ ਫੇਸਬੁੱਕ ਨੇ ਕਰੋੜ ਰੁਪਏ ਸਾਲਾਨਾ ਨੌਕਰੀ ਤੇ ਚੁਣ ਲਿਆ। ਭਾਵ ਨੂੰ ਕਰੋੜ ਰੁਪਏ ਦੇਣਾ ਤੇ ਉਹਦੀ ਸਾਲਾਨਾ ਨੌਕਰੀ ਕਰੋੜਾਂ ਦੇ ਵਿੱਚ। ਇਸ ਵਿੱਚ ਉਸ ਵਿਦਿਆਰਥੀ ਨੂੰ ਭਾਗਾਂ ਵਾਲਾ ਦਿਖਾ ਕੇ ਬਾਕੀਆਂ ਨੂੰ ਨਖਿੱਧ ਸਾਬਤ ਕਰਨ ਦੀ ਮਨਸ਼ਾ ਤਾਂ ਅਖਬਾਰ ਲਿਖਦਾ ਛੁਪੀ ਹੀ ਪਈ ਹੈ। ਇਸ ਤੋਂ ਵੀ ਅੱਗੇ ਇਹ ਫੇਸਬੁੱਕ ਅਦਾਰਾ ਐਵੇਂ ਹੀ ਉਸ ਹੋਣਹਾਰ ਵਿਦਿਆਰਥੀ ਨੂੰ ਇੰਨੇ ਪੈਸੇ ਨਹੀਂ ਦੇ ਰਿਹਾ। ਉਹ ਕੰਪਨੀ ਉਸ ਤੋਂ ਅਜਿਹੇ ਫਾਰਮੂਲੇ ਤਿਆਰ ਕਰਵਾਉਂਦੀ ਹੈ ਜਿਹੜੇ ਉਸ ਨਾਲ ਸੰਬੰਧਿਤ ਵਪਾਰਕ ਅਤੇ ਹੋਰ ਭਾਗੀਦਾਰਾਂ ਦੇ ਮਨਸ਼ਿਆਂ ਦੀ ਬਾਖੂਬੀ ਪੂਰਤੀ ਕਰਦੇ ਹਨ। ਫੇਸਬੁੱਕ ਦੇ ਅੰਦਰਲੇ ਅਧਿਐਨ ਪਰਚੇ ਹੀ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਇੰਸਟਾਗ੍ਰਾਮ ਤੇ ਆਉਣ ਤੋਂ ਬਾਅਦ ਯੂਨਾਈਟਿਡ ਕਿੰਗਡਮ ਦੀਆਂ ਗਬਰੇਟ ਭਾਵ ਟੀਨੇਜ ਕੁੜੀਆਂ ਅੰਦਰ ਆਤਮ ਹੱਤਿਆ ਕਰਨ ਦੇ ਰੁਝਾਨ ਵਿੱਚ 13.5 13% ਫੀਸਦੀ ਵਾਧਾ ਨੋਟ ਕੀਤਾ ਗਿਆ ਹੈ। ਇੱਕ ਹੋਰ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਨਾਲ ਜੁੜਨ ਤੋਂ ਬਾਅਦ 17% ਕੁੜੀਆਂ ਦਾ ਕਹਿਣਾ ਸੀ ਕਿ ਉਹਨਾਂ ਅੰਦਰ ਚੱਲ ਰਹੀ ਨਾ ਖਾਣ ਦੀ ਜਾਂ ਘੱਟ ਖਾਣ ਦੀ ਬਿਮਾਰੀ ਵਿੱਚ ਵਾਧਾ ਹੋਇਆ ਹੈ। 32% ਕੁੜੀਆਂ ਦਾ ਕਹਿਣਾ ਸੀ ਕਿ ਜਦ ਵੀ ਉਹ ਕਦੀ ਆਪਣੇ ਸਰੀਰ ਦੀ ਬਣਤਰ ਨੂੰ ਲੈ ਕੇ ਪਰੇਸ਼ਾਨ ਹੁੰਦੀਆਂ ਹਨ ਤਾਂ ਫਿਰ ਜੇ ਉਹ ਇੰਸਟਾਗ੍ਰਾਮ ਤੇ ਚਲੀਆਂ ਜਾਂਦੀਆਂ ਹਨ ਤਾਂ ਉਹਨਾਂ ਦੀਆਂ ਉਹ ਅਲਾਮਤਾਂ ਹੋਰ ਵਧੇਰੇ ਵੱਧ ਜਾਂਦੀਆਂ ਹਨ। ਇਸ ਉਮਰ ਦੀਆਂ ਕੁੜੀਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਐਪ 13 ਸਾਲ ਤੋਂ ਉੱਪਰ ਦੇ ਬੱਚਿਆਂ ਲਈ ਪ੍ਰਵਾਨਿਤ ਹੈ। ਤੇ ਅਖਬਾਰ ਲਿਖਦਾ ਹੈ ਕਿ ਇਹ ਗੱਲਾਂ ਸਾਹਮਣੇ ਲਿਆਉਂਦੀਆਂ ਹਨ ਕਿ ਫੇਸਬੁੱਕ ਨੇ ਆਪਣੇ ਮੁਨਾਫਿਆਂ ਨੂੰ ਹਰ ਸਮੇਂ ਸਾਹਮਣੇ ਰੱਖਿਆ ਅਤੇ ਬੱਚਿਆਂ ਤੇ ਐਪ ਵਰਤਣ ਵਾਲਿਆਂ ਦੀ ਖੈਰੀਅਤ ਨੂੰ ਨਜ਼ਰ ਅੰਦਾਜ਼ ਕੀਤਾ। ਇਸ ਤੋਂ ਵੀ ਅੱਗੇ ਫੇਸਬੁੱਕ ਇੰਸਟਾਗ੍ਰਾਮ ਦਾ ਇੱਕ ਹੋਰ ਰੂਪ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਸਟਾਗ੍ਰਾਮ ਨਾਂ ਦਾ ਪਲੇਟਫਾਰਮ ਲਾਂਚ ਕਰਨ ਦੀ ਫਿਰਾਕ ਵਿੱਚ ਹੈ, ਜਿਸ ਦੇ ਨਤੀਜੇ ਕਿਤੇ ਹੋਰ ਖਤਰਨਾਕ ਹੋਣੇ ਹਨ। ਤੇ ਅਖਬਾਰ ਲਿਖਦਾ ਹੈ ਕਿ ਇੱਕ ਹੋਰ ਇੰਕਸ਼ਾਫ ਵਿੱਚ ਇਹ ਦੱਸਿਆ ਗਿਆ ਹੈ ਕਿ ਫੇਸਬੁੱਕ ਅਜਿਹੇ ਗਣਿਤ ਫਾਰਮੂਲੇ ਘੜਦੀ ਹੈ ਜਿਸ ਦੇ ਵਿੱਚ ਕਿਸੇ ਪੋਸਟ ਨੂੰ ਕੋਈ ਕਮੈਂਟ, ਲਾਈਕਸ ਜਾਂ ਕੋਈ ਹੋਰ ਟਿੱਪਣੀ ਦਰਿਆਫਤ ਨਹੀਂ ਹੁੰਦੀ। ਦਰਿਆਫਤ ਮਤਲਬ ਕਹਿਣ ਤੋਂ ਭਾਵ ਕਿ ਉਹ ਨਹੀਂ ਹੁੰਦੀ ਤਾਂ ਉਸ ਪੋਸਟ ਨੂੰ ਪੂਰੀ ਤੇਜ਼ੀ ਨਾਲ ਜੰਗਲ ਦੀ ਅੱਗ ਦੀ ਰਫ਼ਤਾਰ ਨਾਲ ਉਹ ਗਣਿਤ ਫਾਰਮੂਲੇ ਫੈਲਾਉਂਦੇ ਹਨ ਅਤੇ ਉਸ ਪੋਸਟ ਨੂੰ ਪੂਰੀ ਅਹਿਮ ਜਗ੍ਹਾ ਮੁਹੱਈਆ ਕੀਤੀ ਜਾਂਦੀ ਹੈ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਪੋਸਟਾਂ ਦੇ ਮਾਮਲੇ ਵਿੱਚ ਕਿਸੇ ਕ੍ਰੋਨੋਲੋਜੀਕਲ ਆਰਡਰ ਸਮੇਂ ਅਨੁਸਾਰ ਅੱਗੜ ਪਿਛੜ ਕਰਨ ਦਾ ਕਾਰਜ ਨੂੰ ਬੇਰਹਿਮੀ ਨਾਲ ਉਲੰਘਿਆ ਜਾਂਦਾ ਹੈ। ਇਸ ਫਾਰਮੂਲੇ ਤਹਿਤ ਸਨਸਨੀਖੇਜ਼ ਮਸਾਲਾ ਰੌਸ਼ਨੀ ਦੀ ਰਫ਼ਤਾਰ ਨਾਲ ਪਲੇਟਫਾਰਮ ਰਾਹੀਂ ਸੰਬੰਧਿਤ ਭਾਈਚਾਰਿਆਂ ਅੰਦਰ ਫੈਲਦਾ ਹੈ ਤੇ ਇਹ ਘਿਰਨਾ, ਨਫ਼ਰਤ ਅਤੇ ਗਲਤ ਮਲਤ ਜਾਣਕਾਰੀ ਫੈਲਾਉਣ ਦਾ ਜ਼ਰੀਆ ਮਾਤਰ ਬਣ ਕੇ ਰਹਿ ਜਾਂਦਾ ਹੈ। ਜਿਵੇਂ ਜਦੋਂ ਵੀ ਕਿਸੇ ਸਥਾਨ ਤੇ ਫਿਰਕੂ, ਨਸਲੀ, ਭਾਸ਼ਾਈ, ਰੰਗ-ਭੇਦੀ, ਇਲਾਕਾਈ ਆਦਿ ਦੰਗੇ ਭੜਕੇ ਹਨ ਤਾਂ ਉਹਨਾਂ ਦੀ ਪਿੱਠ ਭੂਮੀ ਵਿੱਚ ਅਜਿਹੇ ਪਲੇਟਫਾਰਮਾਂ ਦੀ ਉਂਗਲੀ ਜ਼ਹਿਰ ਦਾ ਬਹੁਤ ਅਹਿਮ ਰੋਲ ਕੀਤਾ ਹੈ। ਨਾਗਰਿਕਤਾ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦਿੱਲੀ ਦੇ ਫਿਰਕੂ ਦੰਗਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਨ੍ਹਾਂ ਦੌਰਾਨ ਅਤੇ ਇਹਨਾਂ ਦੰਗਿਆਂ ਤੋਂ ਪਹਿਲਾਂ ਮੁਸਲਿਮ ਵਿਰੋਧੀ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸੀ। ਇਸ ਦੇ ਨਾਲ ਹੀ ਅਖਬਾਰ ਇਹ ਲਿਖਦਾ ਹੈ ਕਿ ਗੱਲ ਇਹ ਵੀ ਬਹੁਤ ਅਹਿਮ ਹੈ
कि फेसबुक कोल जिस पद्धर की जानकारी फेसबुक यूजर बारे जमा पई है उसकी नजायज़ ढंग नाल वरतों कीते जाण बारे भी डर हैं, भाव खदशे हैं। WhatsApp बारे भावें यह कहा जाता है कि इस प्लेटफॉर्म ते कीती गलबात ते जानकारी का आदान प्रदान बिल्कुल ही फुल प्रूफ किसी होर नाल साझा कीते जाण की संभावना ना दे बराबर है, पर नाल ही ये कि जद भी सरकार किसी भी शख्स बारे कोई भी जानकारी लेनी चाहे वो मुहैया की जाती है। फेसबुक ते यूजर बारे जानकारी ओपन ही है, भावें खुली किताब वांग नशर है। मिसाल वजों अखबार कहता है कि जद भी असी किसी भी प्रोडक्ट की एड ते क्लिक करते हाँ नोट करियो तो उस प्रोडक्ट की उही जां उहदे नाल दियां मिलदियां जुलदियां एड साडा खड़ा नहीं छड्डदियां, बार 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 एक नहीं अनेकां बार आई जांदियां ने। भाव उस डाटा नूं इस फेसबुक प्लेटफार्म ने अपने वपारक मफादां नूं मुख रखदियां उन्हां वपारक अदारियां नाल साझा कीता होया है। फेसबुक नूं यूजर दे सियासी झुकावां, उसकी पसंद नापसंद, उसकी मित्र मंडली, यूजर की लोकेशन, उन्हां दी एक थां तो दूजे स्थान वाल जाण दी जानकारी, किसी ना किस नाल हो रही गल्लां विचार साझा करदा है कि पूर्ण बारे सटीक जानकारी फेसबुक दे कोल पई है। नोट करो, फेसबुक नूं यूजर दे सियासी झुकावां, तुसीं फेसबुक वरतदे हो, उसकी पसंद नापसंद, तुहाडी नापसंद पसंद, तुहाडे मित्र मंडली, यूजर की लोकेशन, तुहाडी लोकेशन, उन्हां दी तुहाडी एक थां तो दूजे थां स्थान वाल जाण दी जानकारी, किस नाल किहो जिहियां गल्लां करदे हो, विचार किहो जे साझे करदे हो, तुहाडे बारे पूर्ण सटीक जानकारी फेसबुक दे कोल पई, जिस नूं सरकारां ते स्वार्थी अंसर अक्सर ही अपने मुफादां लई वरतों विच लिआउंदे हन। इस दे नाल ही सरकार की आलोचना नूं मुੱਢ विच ही नप देण दा पूरा बंदोबस्त भी फेसबुक ने बाखूबी कीता होया है। ते अखबार लिखदा है कि पिछला तजर्बा दिखाउंदा है कि किवें सरकार की किसी भी टीका टिप्पणी नूं उत्थे ही दब दिता जाता है, उस यूजर नूं पूर्ण रूप विच महीने लई ब्लॉक कर दिता जाता है, ये कह के कि उसकी ये टिप्पणी समाजिक भाईचारक मियारां अनुसार नहीं है, लिहाजा यह समाज लई घातक है, खतरनाक है कि ये पोस्ट बिना तत्थां तो है, आद आद आद। फेसबुक राही फैलाए जा रहे अखबार लिखता है कि झूठ तूफान का खुरा खोज लभण लई केरल विच फेसबुक के एक खोजार्थी ने भाव विद्यार्थी ने फेसबुक ते अपना नवा खाता खोल के केरल के एक यूजर का तजर्बा हड्डी हंडाउण की ब्योंत बनाई। उसने अपने इस खाते नूं फेसबुक वालों सुझाए गए सारे फेसबुक रेंजां नूं अपनी गुजारिश भेजियां। इस उपरंत उसकी हैरानी की कोई सीमा ना रही जदों उसने नोट किया कि किवें उसने अपनी न्यूज़ फीड विच मोयां दियां इन्नियां न्यूज़ देखियां जिन्ने मोयां नूं कि उसने अपनी सारी जिंदगी विच नहीं देखिया ही नहीं सी, क्योंकि जिहियां जाली आईडीज़ की भरमार फेसबुक ते मौजूद पई ही है। 14 फरवरी नूं पुलवामा हमले तो बाद दे अरसे विच फेसबुक के गणित फार्मूले सियासी ते फौजी समगरी वाले पेजां दे सुझावां नाल भरपूर रहे। वाच ਅਤੇ लाइव टैबां नूं क्लिक करन ते उन्हां नूं पूर्ण भाव लच्चर अश्लील समगरी अलगारदम ने परोसी। इत्थे एक होर गल भी अखबार कहता है कि नोट करन वाली है कि फेसबुक नूं होण वाली 2021 की पहली चौथाई की आमदनी का 52.5% हिस्सा अमेरिका ਅਤੇ कनेडा तो बाहर तो प्राप्त होया, पर अजिही गलत मलत सूचनावां देण लई कीते जाण वाले कुल आलमी खर्चे का 87% सिर्फ अमेरिका विच ही खर्चा जाता है तो बाकी का निगूणा जिहा संसार लई रखिया गया है। विज्ञान दीआं होरनां प्राप्तियां वांग सूचना तकनोलॉजी विच होई लाजवाब तरक्की आसरे भी मनुख ने अगाह वल छलांग पुट्टण की दिशा विच कदम वधाए हैं। इसने हर यूजर नूं लगता है कि फेसबुक वर्गा प्लेटफार्म उसनूं लगभग हर मामले ते ही अपने निजी विचार प्रगट करने लई मुहैया कीता होया है, पर उस यूजर की खुशफहमी उदों काफूर हो जाती है जदों उहदे विचारां नूं भाईचारे दे मानकां ते पूरा ना उतरदे होण करके ब्लॉक करके उसका खाता सस्पेंड कर दिता जाता है। साम्राजी
ਸਰਮਾਏਦਾਰਾਂ ਨਾਲ ਯੁੱਗ ਵਿੱਚ ਵਿਗਿਆਨ ਦੀ ਹਰ ਤਰੱਕੀ ਨੂੰ ਆਪਣੇ ਨਿੱਜੀ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਲਗਾਤਾਰ ਵਰਤੇ ਜਾਣਾ ਆਮ ਗੱਲ ਹੈ। ਲੋੜ ਹੈ ਹਾਕਮ ਜਮਾਤ ਵੱਲੋਂ ਆਪਣੇ ਹੱਕ ਵਿੱਚ ਵਰਤੀ ਜਾਂਦੀ ਵਿਗਿਆਨ ਦੀ ਹਰ ਤਰਕੀਬ ਨੂੰ ਡੂੰਘਾਈ ਨਾਲ ਸਮਝਣ ਦੀ ਅਤੇ ਵਿਸ਼ਾਲ ਲੋਕਾਈ ਨੂੰ ਇਸ ਬਾਰੇ ਜਾਗਰੂਕ ਕਰਦਿਆਂ ਵਿਗਿਆਨ ਦੀ ਅਜਿਹੀ ਲੋਕ ਦੁਖੀ ਵਰਤੋਂ ਨੂੰ ਬੰਨ ਮਾਰਨ ਦੀ ਭਾਵ ਰੋਕਣ ਦੀ। ਫੇਸਬੁੱਕ ਵਰਗੇ ਸੋਸ਼ਲ ਪਲੇਟਫਾਰਮਾਂ ਦੀ ਵਰਤੋਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਵਾਜ਼ ਬੁਲੰਦ ਕਰਨ ਦੀ, ਸਰਕਾਰ ਅਤੇ ਕਾਰਪੋਰੇਟ ਜਗਤ ਦਰਮਿਆਨ ਪੱਕੇ ਰਿਸ਼ਤੇ ਨੂੰ ਉਜਾਗਰ ਕਰਨ ਦੀ, ਜਗ ਜ਼ਾਹਰ ਕਰਨ ਦੀ। ਤੇ ਅਖਬਾਰ ਕਹਿੰਦਾ ਹੈ ਆਖਰੀ ਲਾਈਨ ਦੇ ਵਿੱਚ, ਤਾਂ ਜੋ ਵਿਗਿਆਨ ਦੀ ਅਜਿਹੀ ਤਰੱਕੀ ਨੂੰ ਵਿਸ਼ਾਲ ਲੋਕਾਈ ਦੇ ਹਿੱਤਾਂ ਵਿੱਚ ਵਰਤੋਂ ਵਿੱਚ ਲਿਆਂਦਾ ਜਾ ਸਕੇ ਅਤੇ ਵਧੀਆ ਉਸਾਰੂ ਸਮਾਜ ਸਿਰਜਿਆ ਜਾ ਸਕੇ। ਤਵੱਕੋ ਕਰਦਾ ਹਾਂ ਇਹ ਜਿਹੜੇ 20 ਮਿੰਟ ਤੁਹਾਨੂੰ ਇਹ ਇੱਕ ਲੇਖ ਪੜ੍ਹ ਕੇ ਸੁਣਾਇਆ, ਕਿਤੇ ਨਾ ਕਿਤੇ ਜਿਹੜੇ ਸੋਸ਼ਲ ਨੈਟਵਰਕ ਮੀਡੀਆ 'ਤੇ ਐਕਟਿਵ ਰਹਿੰਦੇ, ਆਪਾਂ ਹਰ ਗੱਲ ਸ਼ੇਅਰ ਕਰਦੇ ਹਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਕਹਿਣ ਨੂੰ ਤਾਂ ਸਾਡੇ 5000 ਫਰੈਂਡ ਨੇ ਫੇਸਬੁੱਕ 'ਤੇ ਪੂਰੇ ਹੋ ਗਏ, ਬੜੇ ਚਾਅ ਨਾਲ ਕਹਿੰਦੇ ਕਿ 5000 ਫਰੈਂਡਾਂ ਤੱਕ ਸਾਡੀ ਇਨਫੋਰਮੇਸ਼ਨ ਪਹੁੰਚੇਗੀ। ਨਹੀਂ, ਉਹ ਕਹਿੰਦੇ ਨੇ ਕਿ 30-40 ਤੱਕ ਹੀ ਪਹੁੰਚਦੀ, ਜਿਨ੍ਹਾਂ ਨਾਲ ਤੁਸੀਂ ਲਗਾਤਾਰ ਐਕਟਿਵ ਹੋ ਸਕਦੇ ਹੋ। ਬਾਕੀ ਦਿਆਂ ਨੂੰ ਪਹੁੰਚਾਉਣ ਵਾਸਤੇ ਉਹਨਾਂ ਨੇ ਇੱਕ ਆਪਣਾ ਵੱਖਰਾ ਹੀ ਪਲੇਟਫਾਰਮ ਬਣਾਇਆ ਹੈ, ਉਹਦੇ ਰਾਹੀਂ ਮਨੀ ਕਮਾਈ ਜਾਂਦੀ ਹੈ। ਬਾਕੀ ਤੁਸੀਂ ਦੇਖ ਲਿਆ ਕਿ ਤੁਹਾਡੀਆਂ ਨਿੱਕੀਆਂ ਗੱਲਾਂ ਦਾ ਖਜ਼ਾਨਾ ਸਾਰਾ ਫੇਸਬੁੱਕ ਦੇ ਕੋਲ ਹੈ। ਸਮਾਜਿਕ ਚੇਤਨਾ ਅਤੇ ਫੇਸਬੁੱਕ ਦੀ ਕੁੰਡਲੀ। ਡਾਕਟਰ ਬਲਜਿੰਦਰ ਹੁਣਾਂ ਦਾ ਇਹ ਲੇਖ ਕਿਵੇਂ ਲੱਗਾ ਤੁਹਾਨੂੰ? ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਸਹਿਯੋਗ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਉਮੀਦ ਕਰਦਾ ਹਾਂ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਇਆ ਹੋਵੇਗਾ। ਜੇ ਹੋਇਆ ਤਾਂ ਵੀ, ਨਹੀਂ ਹੋਇਆ ਤਾਂ ਵੀ, ਆਹ ਨੰਬਰ ਹੈ 905 813 1320 9058131320 ਤੇ ਤੁਹਾਡੀ ਕਾਲ ਦੀ ਇੰਤਜ਼ਾਰ ਦੇ ਵਿੱਚ। ਰੰਗਲਾ ਪੰਜਾਬ।